ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਚੈਨਲ AS ਪੰਜਾਬੀ ਕਹਾਣੀਆਂ ਵਿੱਚ। ਤੁਸੀਂ ਇਹ ਸੁਣ ਕੇ ਬਹੁਤ ਹੈਰਾਨ ਹੋ ਜਾਓਗੇ ਕਿ ਜੋ ਵੀ ਬਾਂਝ ਔਰਤ ਖੂਹ ਦੇ ਅੰਦਰ ਜਾਂਦੀ ਤਾਂ ਉਹ ਪ੍ਰੈਗਨੈਂਟ ਹੋ ਜਾਂਦੀ। ਨਾ ਬਾਬਾ ਨਾ, ਮੈਂ ਇਹ ਕੰਮ ਕਦੇ ਨਹੀਂ ਕਰੂੰਗੀ। ਮੈਨੂੰ ਖੂਹ ਵਿੱਚ ਜਾਣ ਲੱਗਿਆਂ ਬਹੁਤ ਡਰ ਲੱਗਦਾ ਹੈ ਤੇ ਘੁਟਨ ਹੁੰਦੀ ਹੈ। ਜਿਸ ਨੂੰ ਪਰਮਾਤਮਾ ਨੇ ਸੰਤਾਨ ਦੇਣੀ ਹੁੰਦੀ ਹੈ ਉਸ 'ਤੇ ਹੋ ਹੀ ਜਾਂਦੀ ਹੈ। ਮੈਨੂੰ ਯਕੀਨ ਹੈ ਕਿ ਮੇਰਾ ਪਰਮਾਤਮਾ ਮੇਰੀ ਕੋਖ ਜ਼ਰੂਰ ਹਰੀ ਕਰੂਗਾ, ਮੈਨੂੰ ਸੰਤਾਨ ਜ਼ਰੂਰ ਦੇਵੇਗਾ। ਮੈਂ ਇਸ ਖੂਹ ਵਿੱਚ ਜਾ ਕੇ ਕੋਈ ਡੁਬਕੀ ਨਹੀਂ ਲਗਾਉਣੀ। ਮੇਰੀ ਭਾਬੀ ਨੇ ਤਾਂ ਮਾਂ ਦੀ ਗੱਲ ਸੁਣ ਕੇ ਸਾਫ਼ ਨਾ ਕਰ ਦਿੱਤੀ ਸੀ, ਪਰ ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਈ। ਗੁੱਸੇ ਵਿੱਚ ਮੇਰੀ ਮਾਂ ਨੇ ਕਿਹਾ, ਕੀ ਹੋਵੇਗਾ ਜੇ ਤੂੰ ਖੂਹ ਵਿੱਚ ਉਤਰ ਜਾਵੇਂਗੀ? ਸਾਡੇ ਪਿੰਡ ਵਿੱਚ ਕਈ ਔਰਤਾਂ ਨੂੰ ਖੂਹ ਵਿੱਚ ਜਾਣ ਤੋਂ ਬਾਅਦ ਬੱਚੇ ਹੋਏ ਹਨ, ਤੂੰ ਦੇਖਿਆ ਹੀ ਹੈ। ਸਾਡੇ ਪਿੰਡ ਦੀ ਸੁਮਨ ਨੂੰ 5 ਸਾਲਾਂ ਤੋਂ ਕੋਈ ਬੱਚਾ ਨਹੀਂ ਹੋ ਰਿਹਾ ਸੀ। ਜਦੋਂ ਖੂਹ ਦੇ ਅੰਦਰ ਡੁਬਕੀ ਲਗਾ ਕੇ ਆਈ ਤਾਂ ਉਸਦੇ 3 ਮੁੰਡੇ ਹੋਏ। ਤੈਨੂੰ ਕੀ ਹੋਵੇਗਾ? ਤੂੰ ਖੂਹ ਵਿੱਚ ਨਹਾ ਲਵੇਂਗੀ। ਭਾਬੀ ਨੇ ਫਿਰ ਤੋਂ ਇਨਕਾਰ ਕਰ ਦਿੱਤਾ ਤੇ ਇਹ ਗੱਲ ਸੁਣ ਕੇ ਮਾਂ ਦਾ ਪਾਰਾ 7ਵੇਂ ਅਸਮਾਨ ਤੇ ਪਹੁੰਚ ਗਿਆ। ਮਾਂ ਕਹਿਣ ਲੱਗੀ, ਮੈਨੂੰ ਪਤਾ ਹੀ ਸੀ ਕਿ ਸ਼ਹਿਰ ਵਾਲੀਆਂ ਲੜਕੀਆਂ ਦੇ ਨਖਰੇ ਹੀ ਮਾਨ ਨਹੀਂ ਹੁੰਦੇ। ਇਹ ਪਿੰਡ ਵਾਲਿਆਂ ਨੂੰ ਤਾਂ ਅਨਪੜ੍ਹ ਹੀ ਸਮਝਦੀਆਂ ਨੇ। ਤਾਂ ਹੀ ਤਾਂ ਮੈਂ ਆਪਣੇ ਬੇਟੇ ਦਾ ਵਿਆਹ ਤੇਰੇ ਨਾਲ ਕਰਨ ਲਈ ਨਹੀਂ ਮੰਨਦੀ ਸੀ। ਮੈਂ ਆਪਣੇ ਵਰਗੀ ਸਿੱਧੀ ਸਾਦੀ ਪਿੰਡ ਦੀ ਲੜਕੀ ਨਾਲ ਆਪਣੇ ਮੁੰਡੇ ਦਾ ਵਿਆਹ ਕਰਨਾ ਚਾਹੁੰਦੀ ਸੀ। ਉਹ ਤਾਂ ਤੇਰੀ ਮਾਂ ਮੇਰੀ ਸਹੇਲੀ ਹੋਣ ਕਰਕੇ ਮੈਂ ਇਸ ਰਿਸ਼ਤੇ ਲਈ ਮੰਨ ਗਈ ਸੀ, ਪਰ ਇਸ ਦਾ ਮਤਲਬ ਇਹ ਨਾ ਸਮਝੀ ਕਿ ਮੈਂ ਤੇਰੇ ਅੱਗੇ ਹਾਰ ਮੰਨ ਜਾਊਂਗੀ। ਜੇ ਤੂੰ ਮੈਨੂੰ ਸਾਲ ਦੇ ਵਿੱਚ ਪੋਤਾ ਨਾ ਦਿੱਤਾ ਤਾਂ ਮੈਂ ਤੈਨੂੰ ਘਰੋਂ ਕੱਢ ਦੇਵਾਂਗੀ ਤੇ ਆਪਣੇ ਮੁੰਡੇ ਦਾ ਹੋਰ ਵਿਆਹ ਕਰ ਲਵਾਂਗੀ। ਮਾਂ ਇੰਨਾ ਕਹਿ ਕੇ ਕਮਰੇ 'ਚੋਂ ਬਾਹਰ ਨਿਕਲ ਗਈ ਤੇ ਉੱਧਰ ਭਾਬੀ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ। ਮੇਰੀ ਭਾਬੀ ਬੜੀ ਸਿੱਧੀ ਸਾਦੀ ਭੋਲੀ ਭਾਲੀ ਲੜਕੀ ਸੀ। ਭਾਵੇਂ ਉਹ ਸ਼ਹਿਰ ਦੀ ਰਹਿਣ ਵਾਲੀ ਸੀ, ਪਰ ਬਹੁਤ ਹੀ ਸਿਆਣੀ ਸੀ। ਉਸਨੇ ਅੱਜ ਤੱਕ ਮੇਰੇ ਭਰਾ ਨਾਲ ਜਾਂ ਮੇਰੀ ਮਾਂ ਨਾਲ ਜਾਂ ਮੇਰੇ ਨਾਲ ਕਿਸੇ ਨਾਲ ਵੀ ਲੜ ਕੇ ਨਹੀਂ ਦੇਖਿਆ ਸੀ। ਘਰ ਦਾ ਕੰਮ ਵੀ ਸਾਰਾ ਆਪਣੀ ਜ਼ਿੰਮੇਵਾਰੀ ਨਾਲ ਕਰਦੀ ਸੀ। ਮੇਰੀ ਮਾਂ ਸਦਾ ਉਸ ਨੂੰ ਕੋਸਦੀ ਰਹਿੰਦੀ ਸੀ ਕਿਉਂਕਿ ਉਹ ਸ਼ਹਿਰ ਤੋਂ ਆਈ ਸੀ। ਮੈਨੂੰ ਉਸ ਵੱਲ ਦੇਖ ਕੇ ਬਹੁਤ ਹੀ ਤਰਸ ਆ ਰਿਹਾ ਸੀ। ਜਦੋਂ ਮੇਰਾ ਭਰਾ ਬਾਹਰੋਂ ਆਇਆ ਤਾਂ ਮੇਰੀ ਮਾਂ ਨੇ ਆਪਣਾ ਫੈਸਲਾ ਉਸ ਨੂੰ ਵੀ ਸੁਣਾ ਦਿੱਤਾ ਕਿ ਜੇ 2 ਮਹੀਨਿਆਂ ਦੇ ਅੰਦਰ ਅੰਦਰ ਮੈਨੂੰ ਕੋਈ ਖੁਸ਼ਖਬਰੀ ਨਾ ਮਿਲੀ ਤਾਂ ਮੈਂ ਤੇਰਾ ਦੂਜਾ ਵਿਆਹ ਕਰ ਦੇਵਾਂਗੀ। ਸਾਡੇ ਘਰ ਵਿੱਚ ਸਾਡੀ ਮਾਂ ਦੀ ਹੀ ਚੱਲਦੀ ਸੀ। ਸਾਰੇ ਉਸ ਤੋਂ ਥਰ-ਥਰ ਕੰਬਦੇ ਸਨ। ਮੇਰੇ ਭਰਾ ਦੇ ਵੀ ਮਾਂ ਅੱਗੇ ਕੁਝ ਬੋਲਣ ਦੀ ਹਿੰਮਤ ਨਾ ਪਈ। ਇਹ ਗੱਲ ਸੁਣ ਕੇ ਮੇਰੇ ਭਰਾ ਵੀ ਬਹੁਤ ਦੁਖੀ ਹੋਇਆ ਤੇ ਸਵੇਰੇ ਉਹ ਬਿਨਾਂ ਕੁਛ ਖਾਧੇ ਹੋਏ ਘਰੋਂ ਆਪਣੇ ਕੰਮ 'ਤੇ ਚਲਾ ਗਿਆ। ਜਦੋਂ ਇਸ ਬਾਰੇ ਮੇਰੀ ਮਾਂ ਨੂੰ ਪਤਾ ਲੱਗਾ ਤਾਂ ਉਹ ਭਾਬੀ ਨੂੰ ਗਾਲਾਂ ਕੱਢਣ ਲੱਗੀ ਕਿ ਤੇਰੀ ਵਜ੍ਹਾ ਦੇ ਕਾਰਨ ਮੇਰਾ ਪੁੱਤ ਅੱਜ ਭੁੱਖਾ ਕੰਮ 'ਤੇ ਗਿਆ ਹੈ। 27 ਸਾਲ ਹੋ ਗਏ ਹਨ, ਅੱਜ ਤੱਕ ਮੇਰਾ ਪੁੱਤ ਕਦੇ ਵੀ ਭੁੱਖਾ ਘਰੋਂ ਬਾਹਰ ਨਹੀਂ ਗਿਆ, ਸਿਰਫ ਤੇਰੀ ਵਜ੍ਹਾ ਦੇ ਕਾਰਨ। ਪਹਿਲਾਂ ਉਹਨੂੰ ਆਪਣੇ ਪਿੱਛੇ ਲਗਾਇਆ ਸੀ ਤੇ ਫਿਰ ਤੇਰੀ ਮਾਂ ਮੇਰੇ ਅੱਗੇ ਭੀਖ ਮੰਗਦੀ ਸੀ ਕਿ ਮੇਰੀ ਕੁੜੀ ਦਾ ਰਿਸ਼ਤਾ ਲੈ ਲਓ। ਮੈਨੂੰ ਤਾਂ ਤੇਰੇ ਵਰਗੀਆਂ ਕੁੜੀਆਂ ਕਦੇ ਵੀ ਪਸੰਦ ਨਹੀਂ ਹਨ ਜਿਹੜੀਆਂ ਕੁਆਰੀਆਂ ਮੁੰਡਿਆਂ ਨੂੰ ਪਿੱਛੇ ਲਾਈ ਫਿਰਦੀਆਂ ਹਨ। ਅਸਲ ਵਿੱਚ ਗਗਨ ਜਦੋਂ ਕਾਲਜ ਪੜ੍ਹਦੀ ਸੀ ਤਾਂ ਉਸ ਦੇ ਪਿੱਛੇ ਕੁਝ ਅਵਾਰਾ ਗੁੰਡੇ ਲੱਗ ਗਏ, ਜਿਨ੍ਹਾਂ ਵਿੱਚੋਂ ਇੱਕ ਲੜਕਾ ਉਸ ਨੂੰ ਕਹਿੰਦਾ ਸੀ ਕਿ ਜੇ ਉਸ ਦਾ ਵਿਆਹ ਗਗਨ ਨਾਲ ਨਾ ਹੋਇਆ ਤਾਂ ਉਹ ਗਗਨ ਨੂੰ ਉਠਾ ਕੇ ਲੈ ਜਾਵੇਗਾ। ਇੱਧਰ ਮੇਰਾ ਭਰਾ ਵੀ ਆਪਣੇ ਦਿਲ ਹੀ ਦਿਲ ਵਿੱਚ ਗਗਨ ਨੂੰ ਪਿਆਰ ਕਰਦਾ ਸੀ। ਜਦੋਂ ਗਗਨ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਮੇਰੀ ਮਾਂ ਕੋਲ ਆਪਣੀ ਧੀ ਦਾ ਰਿਸ਼ਤਾ ਲੈ ਕੇ ਆਈ ਤੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਅਵਾਰਾ ਮੁੰਡੇ ਗਗਨ ਦੇ ਪਿੱਛੇ ਲੱਗੇ ਹੋਏ ਹਨ ਤੇ ਉਸ ਨੂੰ ਧਮਕੀਆਂ ਦਿੰਦੇ ਹਨ। ਗਗਨ ਦੀ ਮਾਂ ਨੇ ਮੇਰੀ ਮਾਂ ਦੇ ਅੱਗੇ ਤਰਲੇ ਮਿੰਨਤਾਂ ਕੀਤੀਆਂ ਤੇ ਗਗਨ ਦਾ ਰਿਸ਼ਤਾ ਮੇਰੇ ਭਰਾ ਨੂੰ ਕਰਵਾ ਦਿੱਤਾ। ਮੇਰੀ ਮਾਂ ਰਿਸ਼ਤਾ ਲੈਣ ਵਿੱਚ ਨਾ ਖੁਸ਼ ਸੀ, ਪਰ ਆਪਣੀ ਸਹੇਲੀ ਨੂੰ ਜ਼ਬਾਨ ਦੇਣ ਕਰਕੇ ਉਸ ਨੂੰ ਰਿਸ਼ਤਾ ਕਰਨਾ ਹੀ ਪਿਆ। ਇਸ ਕਾਰਨ ਮੇਰੀ ਮਾਂ ਮੇਰੀ ਭਾਬੀ ਨੂੰ ਬੜੀਆਂ ਕੜਵੀਆਂ ਗੱਲਾਂ ਸੁਣਾਉਂਦੀ ਸੀ। ਮੈਂ ਅਕਸਰ ਹੀ ਮਾਂ ਨੂੰ ਕਹਿੰਦੀ ਹੁੰਦੀ ਸੀ ਕਿ ਤੁਸੀਂ ਭਾਬੀ ਨੂੰ ਅਜਿਹੀਆਂ ਗੱਲਾਂ ਨਾ ਕਰਿਆ ਕਰੋ ਕਿਉਂਕਿ ਭਾਬੀ ਬਹੁਤ ਸਿਆਣੀ ਹੈ, ਪਰ ਮੇਰੀ ਮਾਂ ਕਿਸੇ ਦੀ ਗੱਲ ਕਿੱਥੇ ਸੁਣਦੀ ਸੀ। ਉਹ ਤਾਂ ਆਪਣੇ ਆਪ ਨੂੰ ਹੀ ਭਗਵਾਨ ਸਮਝਦੀ ਸੀ। ਮਾਂ ਦੀਆਂ ਗੱਲਾਂ ਸੁਣ ਕੇ ਭਾਬੀ ਜ਼ੋਰ-ਜ਼ੋਰ ਦੀ ਰੋਣ ਲੱਗ ਪਈ। ਮੈਂ ਜਦੋਂ ਉਸਦੇ ਕਮਰੇ ਵਿੱਚ ਗਈ ਤਾਂ ਉਹ ਮੇਰੇ ਗਲ ਲੱਗ ਕੇ ਹੋਰ ਜ਼ੋਰ ਨਾਲ ਰੋਣ ਲੱਗੀ ਤੇ ਕਹਿਣ ਲੱਗੀ ਕਿ ਮਾਂ ਨੇ ਤੇਰੇ ਭਰਾ ਦਾ ਦੂਜਾ ਵਿਆਹ ਕਰ ਦੇਣਾ ਹੈ ਤੇ ਮੈਂ ਇੱਥੋਂ ਚਲੀ ਜਾਵਾਂਗੀ। ਮੈਂ ਆਪਣੀ ਸੌਤਨ ਦੇ ਨਾਲ ਨਹੀਂ ਰਹਿ ਸਕਦੀ। ਮੈਂ ਉਸ ਨੂੰ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੋਵੇਗਾ।
ਅੱਜ ਜਦੋਂ ਵੀਰ ਆਵੇਗਾ ਤਾਂ ਉਸ ਨੂੰ ਕਹੀਂ ਕਿ ਉਹ ਤੈਨੂੰ ਸ਼ਹਿਰ ਲੈ ਜਾਵੇ ਤਾਂ ਕਿ ਕਿਸੇ ਚੰਗੇ ਹਸਪਤਾਲ ਤੋਂ ਤੇਰਾ ਚੈੱਕਅਪ ਕਰਾਵੇ ਤੇ ਦਵਾਈ ਲੈ ਕੇ, ਹੋ ਸਕਦਾ ਹੈ ਦਵਾਈ ਖਾਣ ਦੇ ਨਾਲ ਹੀ ਸਭ ਠੀਕ ਹੋ ਜਾਵੇ ਤੇ ਇਸ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਗੂੰਜਣ। ਇਹ ਸੁਣ ਕੇ ਭਾਬੀ ਮੁਸਕਰਾਈ ਤੇ ਉਸ ਨੂੰ ਮੇਰਾ ਮਸ਼ਵਰਾ ਬਹੁਤ ਚੰਗਾ ਲੱਗਾ। ਉਸਨੇ ਮੇਰਾ ਧੰਨਵਾਦ ਕੀਤਾ। ਦੀਪਕ ਜਦੋਂ ਸ਼ਾਮੀ ਘਰ ਆਇਆ ਤਾਂ ਭਾਬੀ ਨੇ ਉਸ ਨਾਲ ਸ਼ਹਿਰ ਜਾਣ ਦੀ ਗੱਲ ਕੀਤੀ ਤੇ ਉਹ ਵੀ ਮੰਨ ਗਿਆ। ਪਰ ਇਸ ਗੱਲ ਤੇ ਮਾਂ ਬਹੁਤ ਭੜਕੀ। ਪਰ ਅੱਜ ਦੀਪਕ ਨੇ ਵੀ ਕਹਿ ਦਿੱਤਾ ਕਿ ਮਾਂ, ਮੈਂ ਤੁਹਾਡੀਆਂ ਗੱਲਾਂ ਜੋ ਮੰਨਣ ਵਾਲੀਆਂ ਹਨ ਮੰਨਦਾ ਹਾਂ, ਪਰ ਇਹ ਗੱਲ ਮੈਂ ਨਹੀਂ ਮੰਨੂਗਾ। ਮੈਂ ਵੀ ਤਸੱਲੀ ਕਰਕੇ ਦੇਖਣਾ ਚਾਹੁੰਦਾ ਹਾਂ। ਤਾਂ ਅਗਲੇ ਦਿਨ ਦੋਨੋਂ ਜਾਣੇ ਸ਼ਹਿਰ ਚਲੇ ਗਏ ਕਿਸੇ ਡਾਕਟਰ ਨੂੰ ਦਿਖਾਉਣ ਲਈ। ਭਰਾ ਅਤੇ ਭਾਬੀ 3-4 ਦਿਨ ਸ਼ਹਿਰ ਹੀ ਰਹੇ ਕਿਉਂਕਿ ਭਾਬੀ ਦੀ ਮਾਂ ਉੱਥੇ ਹੀ ਰਹਿੰਦੀ ਸੀ। ਜਦੋਂ ਚੌਥੇ ਦਿਨ ਉਹ ਪਿੰਡ ਆਏ ਤਾਂ ਭਾਬੀ ਬਹੁਤ ਹੀ ਪਰੇਸ਼ਾਨ ਲੱਗ ਰਹੀ ਸੀ। ਜਦੋਂ ਮੈਂ ਭਾਬੀ ਨੂੰ ਪੁੱਛਿਆ ਤਾਂ ਭਾਬੀ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ ਤੇ ਮੈਂ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਡਾਕਟਰ ਨੇ ਕਿਹਾ ਹੈ ਮੇਰੇ ਘਰ ਕੋਈ ਬੱਚਾ ਨਹੀਂ ਹੋ ਸਕਦਾ, ਮੈਂ ਪੂਰੀ ਤਰ੍ਹਾਂ ਬਾਂਝ ਹਾਂ। ਮੈਂ ਭਾਬੀ ਨੂੰ ਪੁੱਛਿਆ ਕਿ ਇਸ ਬਾਰੇ ਭਰਾ ਕੀ ਕਹਿੰਦਾ ਹੈ ਤਾਂ ਉਸਨੇ ਕਿਹਾ ਕਿ ਦੀਪਕ ਕਹਿੰਦਾ ਹੈ ਕਿ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ, ਜੇ ਔਲਾਦ ਨਹੀਂ ਵੀ ਹੁੰਦੀ ਤਾਂ ਮੈਂ ਤੈਨੂੰ ਕਦੇ ਨਹੀਂ ਛੱਡੂਗਾ। ਪਰ ਮੈਨੂੰ ਪਤਾ ਹੈ ਕਿ ਉਸਨੇ ਦੂਜੀ ਸ਼ਾਦੀ ਕਰਵਾ ਹੀ ਲੈਣੀ ਹੈ ਕਿਉਂਕਿ ਉਹਨਾਂ ਨੇ ਮਾਂ ਦੀ ਕਸਮ ਖਾਧੀ ਸੀ। ਭਾਬੀ ਬਹੁਤ ਪਰੇਸ਼ਾਨ ਸੀ। ਮੈਂ ਉਹਨਾਂ ਨੂੰ ਕਿਹਾ, ਭਾਬੀ ਹੁਣ ਤੁਸੀਂ ਕੀ ਸੋਚਿਆ ਹੈ? ਉਹਨਾਂ ਨੇ ਕਿਹਾ ਕਿ ਸਭ ਕੁਝ ਰੱਬ ਦੇ ਹੱਥ ਛੱਡ ਦਿੱਤਾ ਹੈ, ਜੋ ਪਰਮਾਤਮਾ ਕਰੇਗਾ ਉਹੀ ਠੀਕ ਹੈ। ਮੈਂ ਉਹਨਾਂ ਨੂੰ ਫਿਰ ਸਲਾਹ ਦਿੱਤੀ, ਕਿਉਂ ਨਾ ਤੁਸੀਂ ਮਾਂ ਦੀ ਗੱਲ ਮੰਨ ਕੇ ਦੇਖੋ। ਤੁਸੀਂ ਉਹ ਖੂਹ ਵਿੱਚ ਜਾ ਕੇ ਡੁਬਕੀ ਲਗਾ ਕੇ ਆਓ, ਹੋ ਸਕਦਾ ਹੈ ਉੱਥੋਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇ। ਭਾਵੇਂ ਤੁਹਾਨੂੰ ਖੂਹ ਵਿੱਚ ਜਾਣ ਤੋਂ ਡਰ ਹੀ ਲੱਗਦਾ ਹੈ, ਪਰ ਘਰ ਬਚਾਉਣ ਬਦਲੇ ਇੰਨਾ ਤਾਂ ਕਰ ਹੀ ਸਕਦੇ ਹੋ। ਨਾਲ ਇਸ ਤਰ੍ਹਾਂ ਕਰਨ ਦੇ ਨਾਲ ਮਾਂ ਨੂੰ ਵੀ ਤਸੱਲੀ ਹੋ ਜਾਵੇਗੀ। ਜਿਹੜਾ ਕਿ ਉਹਨਾਂ ਨੇ 2 ਮਹੀਨੇ ਦਿੱਤੇ ਹਨ ਉਹ ਵੀ ਵੱਧ ਜਾਣਗੇ। ਉਦੋਂ ਤੱਕ ਹੋ ਸਕਦਾ ਹੈ ਭਰਾ ਵਿੱਚ ਵੀ ਹਿੰਮਤ ਆ ਜਾਵੇ ਤੇ ਉਹ ਦੂਜਾ ਵਿਆਹ ਕਰਨ ਲਈ ਮਨਾ ਕਰ ਦੇਣ। ਭਾਬੀ ਨੂੰ ਮੇਰੀ ਸਲਾਹ ਚੰਗੀ ਲੱਗੀ। ਜਦੋਂ ਮਾਂ ਨੇ ਭਰਾ ਨੂੰ ਪੁੱਛਿਆ ਕਿ ਡਾਕਟਰ ਨੇ ਗਗਨ ਬਾਰੇ ਕੀ ਕਿਹਾ ਹੈ ਤਾਂ ਉਸਨੇ ਮਾਂ ਨੂੰ ਕਿਹਾ ਕਿ ਡਾਕਟਰ ਨੇ ਕਿਹਾ ਹੈ ਸਭ ਕੁਝ ਠੀਕ ਹੈ, ਜੋ ਔਲਾਦ ਵਿੱਚ ਕੋਈ ਦੇਰੀ ਹੋ ਰਹੀ ਹੈ ਉਹ ਭਗਵਾਨ ਦੀ ਇੱਛਾ ਹੈ। ਗਗਨ ਬਿਲਕੁਲ ਠੀਕ ਹੈ। ਤਾਂ ਮਾਂ ਨੇ ਦੀਪਕ ਨੂੰ ਕਿਹਾ, ਜੇ ਗਗਨ ਖੂਹ ਤੇ ਜਾ ਕੇ ਇਸ਼ਨਾਨ ਕਰ ਆਵੇ ਤਾਂ ਇਸ ਦਾ ਕੀ ਜਾਂਦਾ ਹੈ। ਮਾਂ ਨੇ ਇੱਕ ਵਾਰ ਫੇਰ ਗਗਨ ਨੂੰ ਕਿਹਾ ਕਿ ਤੂੰ ਮੇਰੇ ਨਾਲ ਖੂਹ ਤੇ ਚੱਲ। ਬਹੁਤ ਸਾਰੀਆਂ ਬੇਔਲਾਦ ਔਰਤਾਂ ਨੂੰ ਔਲਾਦ ਉੱਥੇ ਇਸ਼ਨਾਨ ਕਰਨ ਤੇ ਮਿਲਦੀ ਹੈ। ਇਸ ਵਾਰ ਭਾਬੀ ਖੂਹ ਤੇ ਜਾਣ ਲਈ ਮੰਨ ਗਈ। ਇਹ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਕਿਹਾ, ਜੇ ਤੂੰ ਪਹਿਲਾਂ ਹੀ ਹਾਂ ਕਰ ਦਿੰਦੀ ਤਾਂ ਮੈਂ ਇੰਨਾ ਗੁੱਸਾ ਨਾ ਕਰਦੀ। ਚੱਲ ਜਲਦੀ ਚੱਲੀਏ। ਮਾਂ ਭਾਬੀ ਨੂੰ ਇਸ਼ਨਾਨ ਕਰਵਾਉਣ ਲਈ ਖੂਹ ਤੇ ਲੈ ਗਈ। ਤਕਰੀਬਨ 3-4 ਘੰਟੇ ਬਾਅਦ ਉਹ ਵਾਪਸ ਆਏ ਤਾਂ ਮੈਂ ਭਾਬੀ ਨੂੰ ਪੁੱਛਿਆ, ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਤਾਂ ਭਾਬੀ ਨੇ ਕਿਹਾ, ਇਹੋ ਜਿਹੇ ਬਥੇਰੇ ਐਕਸਪੀਰੀਅੰਸ ਮੈਨੂੰ ਜ਼ਿੰਦਗੀ ਵਿੱਚ ਕਰਨੇ ਪੈਣੇ ਹਨ। ਭਾਬੀ ਤੇ ਮੈਨੂੰ ਬਹੁਤ ਤਰਸ ਆਇਆ ਤੇ ਮੈਂ ਰੱਬ ਅੱਗੇ ਅਰਦਾਸ ਕੀਤੀ ਕਿ ਜਲਦੀ ਜਲਦੀ ਉਸ ਨੂੰ ਔਲਾਦ ਦੇ ਦੇ। ਇਸ ਤਰ੍ਹਾਂ 1-2 ਮਹੀਨੇ ਲੰਘ ਗਏ। ਇੱਕ ਦਿਨ ਭਾਬੀ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸ ਨੂੰ ਚੱਕਰ ਆ ਗਏ ਤਾਂ ਉਹ ਹੇਠਾਂ ਡਿੱਗ ਪਈ। ਸ਼ੁਕਰ ਸੀ ਕਿ ਉਸ ਦਿਨ ਭਰਾ ਘਰ ਹੀ ਸੀ। ਉਸਨੇ ਉਸ ਨੂੰ ਚੁੱਕ ਕੇ ਬੈੱਡ ਤੇ ਲੰਮੇ ਪਾਇਆ ਤੇ ਮੈਂ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਪਾਏ, ਜਿਸ ਕਰਕੇ ਥੋੜੀ ਜਿਹੀ ਹੋਸ਼ ਉਸ ਨੂੰ ਆ ਗਈ। ਮਾਂ ਨੇ ਕਿਹਾ ਭਰਾ ਨੂੰ ਕਿ ਜਲਦੀ ਜਾ ਦਾਈ ਨੂੰ ਬੁਲਾ ਕੇ ਲਿਆ, ਮੈਨੂੰ ਲੱਗਦਾ ਹੈ ਕਿ ਕੋਈ ਖੁਸ਼ਖਬਰੀ ਹੈ। ਤਾਂ ਭਾਬੀ ਨੇ ਕਿਹਾ, ਅਜਿਹਾ ਕੁਝ ਨਹੀਂ, ਮੈਨੂੰ ਟੈਨਸ਼ਨ ਰਹਿੰਦੀ ਹੈ ਜਿਸ ਕਰਕੇ ਬੇਹੋਸ਼ੀ ਹੋ ਗਈ। ਪਰ ਮਾਂ ਕਿੱਥੇ ਮੰਨਣ ਵਾਲੀ ਸੀ। ਉਸਨੇ ਭਰਾ ਨੂੰ ਕਿਹਾ, ਤੂੰ ਦਾਈ ਨੂੰ ਬੁਲਾ ਕੇ ਲਿਆ। ਜਦੋਂ ਦਾਈ ਨੇ ਆ ਕੇ ਚੈੱਕ ਕੀਤਾ ਤਾਂ ਉਸਨੇ ਕਿਹਾ, ਮੁਬਾਰਕ ਹੋਵੇ, ਬਹੂ ਤਾਂ ਮਾਂ ਬਣਨ ਵਾਲੀ ਹੈ। ਇਹ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ। ਉਸਨੇ ਕਿਹਾ ਕਿ ਮੈਂ ਪਿੰਡ ਵਿੱਚ ਮਠਿਆਈ ਵੰਡੂਗੀ। ਪਰ ਭਰਾ ਨੇ ਕਹਿ ਦਿੱਤਾ ਕਿ ਅਜਿਹਾ ਕੁਝ ਕਰਨ ਦੀ ਲੋੜ ਨਹੀਂ। ਦਾਈਆਂ ਤਾਂ ਇਹ ਮੈਨੂੰ ਬਿਲਕੁਲ ਵੀ ਯਕੀਨ ਨਹੀਂ। ਮੈਂ ਪਹਿਲਾਂ ਸ਼ਹਿਰ ਜਾ ਕੇ ਚੈੱਕ ਕਰਵਾਉਂਗਾ, ਫਿਰ ਉਸ ਤੋਂ ਬਾਅਦ ਕੋਈ ਗੱਲ ਕਰਾਂਗੇ। ਤਾਂ ਮਾਂ ਨੇ ਕਿਹਾ, ਇਸ ਵਿੱਚ ਦੇਰੀ ਕਰਨ ਦੀ ਕਿਹੜੀ ਲੋੜ ਹੈ, ਅੱਜ ਹੀ ਚੱਲਦੇ ਹਾਂ ਤੇ ਜਾ ਕੇ ਚੈੱਕ ਕਰਵਾ ਲਿਆਉਂਦੇ ਹਾਂ ਹਸਪਤਾਲ ਵਿੱਚੋਂ। ਮਾਂ ਭਰਾ ਤੇ ਭਾਬੀ ਨੂੰ ਲੈ ਕੇ ਸ਼ਹਿਰ ਵਿੱਚ ਹਸਪਤਾਲ ਵਿੱਚ ਭਾਬੀ ਨੂੰ ਦਿਖਾਉਣ ਚਲੀ ਗਈ। ਉਹਨਾਂ ਨੂੰ ਸ਼ਹਿਰ ਵਿੱਚ ਗਏ ਹੋਏ 5-6 ਘੰਟੇ ਹੋਏ ਗਏ ਸਨ। ਹੁਣ ਮੈਨੂੰ ਵੀ ਘਬਰਾਹਟ ਹੋ ਰਹੀ ਸੀ ਕਿ ਪਤਾ ਨਹੀਂ ਕਿਹੋ ਜਿਹਾ ਮੂੰਹ ਲੈ ਕੇ ਘਰ ਆਉਂਦੇ ਨੇ।
ਪਰ ਜਦੋਂ ਉਹ ਘਰ ਆਏ ਤਾਂ ਭਾਬੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਦੀ ਲਹਿਰ ਦੌੜ ਰਹੀ ਸੀ। ਮੈਂ ਅੱਗੇ ਜਾ ਕੇ ਭਾਬੀ ਨੂੰ ਪੁੱਛਿਆ ਕੀ ਹੋਇਆ, ਤਾਂ ਭਾਬੀ ਨੇ ਬਹੁਤ ਹੀ ਖੁਸ਼ੀ ਨਾਲ ਕਿਹਾ ਕਿ ਚਮਤਕਾਰ ਹੋ ਗਿਆ। ਮੈਂ ਹੀ ਬੇਵਕੂਫ ਸੀ ਜਿਹੜੀ ਖੂਹ ਦੀ ਸ਼ਕਤੀ ਤੇ ਸ਼ੱਕ ਕਰੀ ਜਾ ਰਹੀ ਸੀ। ਅਸੀਂ ਉਸੇ ਡਾਕਟਰ ਕੋਲ ਚੈੱਕ ਕਰਵਾਉਣ ਗਏ ਸੀ ਜਿਸ ਨੇ ਮੈਨੂੰ ਕਿਹਾ ਸੀ ਕਿ ਤੂੰ ਮਾਂ ਨਹੀਂ ਬਣ ਸਕਦੀ। ਉਹ ਵੀ ਦੇਖ ਕੇ ਬਹੁਤ ਹੈਰਾਨ ਹੋਈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਹੁਣ ਅਸੀਂ ਸਾਰੇ ਬਹੁਤ ਖੁਸ਼ ਹਾਂ। ਮਾਂ ਨੇ ਲੱਡੂ ਲਿਆ ਕੇ ਸਾਰੇ ਪਿੰਡ ਵਿੱਚ ਵੰਡੇ। ਭਾਵੇਂ ਮੈਂ ਪਿੰਡ ਦੀ ਲੜਕੀ ਸੀ, ਪਰ ਮੈਨੂੰ ਇਹੋ ਜਿਹੇ ਅੰਧ ਵਿਸ਼ਵਾਸ ਉੱਤੇ ਕੋਈ ਵੀ ਭਰੋਸਾ ਨਹੀਂ ਸੀ। ਮੇਰੇ ਮਨ ਵਿੱਚ ਹੋਰ ਜਿਗਿਆਸਾ ਵੱਧ ਗਈ। ਮੈਂ ਜਾਣਨਾ ਚਾਹੁੰਦੀ ਸੀ ਕਿ ਉਸ ਖੂਹ ਦਾ ਅਸਲ ਸੱਚ ਕੀ ਹੈ। ਖੂਹ 'ਤੇ ਇਸ਼ਨਾਨ ਕਰਨ ਨਾਲ ਬੱਚਾ ਪੈਦਾ ਹੋ ਜਾਣ ਵਾਲੀ ਗੱਲ ਮੈਨੂੰ ਵੀ ਹਜ਼ਮ ਨਹੀਂ ਹੋ ਰਹੀ ਸੀ। ਮੈਂ ਇਸ ਦੀ ਸੱਚਾਈ ਜਾਣਨਾ ਚਾਹੁੰਦੀ ਸੀ। ਮੈਂ ਆਪਣੀ ਸਹੇਲੀ ਦੀ ਮਦਦ ਲਈ। ਮੇਰੀ ਸਹੇਲੀ ਨੇ ਵੀ ਕਿਹਾ ਕਿ ਮੈਂ ਵੀ ਇਹ ਰਾਜ਼ ਜਾਣਨਾ ਚਾਹੁੰਦੀ ਹਾਂ। ਤਾਂ ਅਸੀਂ ਦੋਨੋਂ ਇੱਕ ਦਿਨ ਭੇਸ ਬਦਲ ਕੇ ਉਸ ਖੂਹ 'ਤੇ ਚਲੀਆਂ ਗਈਆਂ। ਜਦੋਂ ਉੱਥੇ ਅਸੀਂ ਗਏ ਤਾਂ ਉਹ ਖੂਹ ਦੇ ਕਿਨਾਰੇ 'ਤੇ ਇੱਕ ਔਰਤ ਬੈਠੀ ਸੀ। ਸਾਨੂੰ ਲੱਗਦਾ ਸੀ ਕਿ ਖੂਹ 'ਤੇ ਕੋਈ ਨਹੀਂ ਹੋਊਗਾ। ਜਦੋਂ ਅਸੀਂ ਉੱਥੇ ਗਏ ਤਾਂ ਬੀਬੀ ਨੇ ਸਾਨੂੰ ਕਿਹਾ ਕਿ ਹਾਂਜੀ ਦੱਸੋ ਕਿਉਂ ਆਏ ਹੋ। ਮੈਂ ਕਿਹਾ ਕਿ ਮੈਨੂੰ ਔਲਾਦ ਚਾਹੀਦੀ ਹੈ ਤੇ ਇਹ ਮੇਰੀ ਦਰਾਣੀ ਹੈ। ਇਹ ਇਵੇਂ ਹੀ ਮੇਰੇ ਨਾਲ ਆ ਗਈ। ਬੀਬੀ ਜੀ ਨੇ ਕਿਹਾ ਕਿ ਮੈਨੂੰ 500 ਰੁਪਈਆ ਦਿਓ ਤੇ ਖੂਹ ਦੇ ਵਿੱਚ ਇਸ਼ਨਾਨ ਕਰ ਲਓ। ਮੈਂ ਉਸ ਸਮੇਂ ਕੋਈ ਪੈਸਾ ਨਾਲ ਲੈ ਕੇ ਨਹੀਂ ਗਈ ਸੀ, ਪਰ ਮੇਰੀ ਸਹੇਲੀ ਨੇ 500 ਰੁਪਈਆ ਬੀਬੀ ਨੂੰ ਕੱਢ ਕੇ ਦੇ ਦਿੱਤਾ ਤੇ ਮੈਂ ਖੂਹ ਵਿੱਚ ਜਾ ਕੇ ਇਸ਼ਨਾਨ ਕਰ ਲਿਆ। ਖੂਹ ਵਿੱਚ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਸੀ। ਮੈਂ ਜਦੋਂ ਖੂਹ ਵਿੱਚੋਂ ਬਾਹਰ ਆਈ ਤਾਂ ਉਸਨੇ ਮੈਨੂੰ ਦਵਾਈ ਦਿੱਤੀ ਤੇ ਕਿਹਾ ਖਾਣੇ ਵਿੱਚ ਪਾ ਕੇ ਖਾਣੀ ਹੈ 7 ਦਿਨ। ਤੇਰੇ ਤੇ ਪਰਮਾਤਮਾ ਜ਼ਰੂਰ ਮਿਹਰਬਾਨ ਹੋਵੇਗਾ ਤੇ ਸੰਤਾਨ ਮਿਲੇਗੀ। ਇਹ ਗੱਲ ਸੁਣ ਕੇ ਮੈਂ ਬੀਬੀ ਜੀ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਇੱਕ ਪੱਤਰਕਾਰ ਹਾਂ। ਮੈਂ ਪਤਾ ਕਰਨ ਲਈ ਆਈ ਹਾਂ ਕਿ ਖੂਹ ਵਿੱਚ ਨਹਾਉਂਦਿਆਂ ਔਲਾਦ ਕਿਵੇਂ ਪੈਦਾ ਹੋ ਜਾਂਦੀ ਹੈ। ਮੈਨੂੰ ਇਸ ਬਾਰੇ ਸੱਚ-ਸੱਚ ਦੱਸ ਦਿਓ, ਨਹੀਂ ਤਾਂ ਮੈਂ ਤੁਹਾਡੇ ਬਾਰੇ ਸਭ ਕੁਝ ਅਖਬਾਰ ਵਿੱਚ ਛਾਪ ਦਿਆਂਗੀ ਕਿ ਤੁਸੀਂ ਲੋਕਾਂ ਨਾਲ ਧੋਖਾ ਕਰਦੇ ਹੋ। ਇਹ ਗੱਲ ਸੁਣ ਕੇ ਬੀਬੀ ਡਰ ਗਈ ਤੇ ਉਸਨੇ ਕਿਹਾ ਕਿ ਮੈਂ ਇੱਕ ਹਕੀਮ ਦੀ ਬੇਟੀ ਹਾਂ। ਮੇਰਾ ਸਾਰਾ ਪਰਿਵਾਰ ਹੜ੍ਹਾਂ ਦੇ ਵਿੱਚ ਰੁੜ ਗਿਆ ਸੀ ਤੇ ਮੈਂ ਆਪਣੇ ਪਿੰਡ ਨੂੰ ਛੱਡ ਕੇ ਇਸ ਪਿੰਡ ਵਿੱਚ ਆ ਗਈ ਸੀ ਕਿਉਂਕਿ ਮੇਰੇ ਪਰਿਵਾਰ ਵਿੱਚੋਂ ਕੋਈ ਵੀ ਜੀ ਨਹੀਂ ਬਚਿਆ ਸੀ ਤੇ ਸਾਡੀ ਜ਼ਮੀਨ ਉੱਤੇ ਪਿੰਡ ਵਾਲਿਆਂ ਚੌਧਰੀਆਂ ਨੇ ਕਬਜ਼ਾ ਕਰ ਲਿਆ ਸੀ ਤੇ ਮੈਨੂੰ ਪਿੰਡ ਵਿੱਚੋਂ ਕੱਢ ਦਿੱਤਾ। ਮੇਰੇ ਪਿਤਾ ਜੀ ਹਕੀਮ ਸਨ। ਉਹ ਬਾਂਝ ਔਰਤਾਂ ਨੂੰ ਦਵਾਈ ਦਿੰਦੇ ਸਨ ਜਿਸ ਨਾਲ ਉਹਨਾਂ ਦੇ ਘਰ ਔਲਾਦ ਹੋ ਜਾਂਦੀ ਸੀ। ਮੈਨੂੰ ਵੀ ਉਹਨਾਂ ਦੇ ਨੁਸਖੇ ਦਾ ਪਤਾ ਸੀ। ਮੈਂ ਵੀ ਚਾਹੁੰਦੀ ਸੀ ਕਿ ਦਵਾਈ ਵੇਚ ਕੇ ਗੁਜ਼ਾਰਾ ਕਰਾਂ, ਪਰ ਲੋਕ ਮੇਰੇ ਤੇ ਯਕੀਨ ਨਹੀਂ ਸਨ ਕਰਦੇ। ਇਸ ਕਰਕੇ ਇੱਕ ਦਿਨ ਮੈਂ ਖੂਹ 'ਤੇ ਬੈਠ ਗਈ ਤੇ ਲੋਕਾਂ ਵਿੱਚ ਫੈਲਾ ਦਿੱਤਾ ਕਿ ਖੂਹ ਵਿੱਚ ਇਸ਼ਨਾਨ ਕੀਤਿਆਂ ਔਲਾਦ ਪੈਦਾ ਹੋ ਜਾਂਦੀ ਹੈ। ਇਸ਼ਨਾਨ ਕਰਨ ਦੇ ਨਾਲ ਮੈਂ ਉਹਨਾਂ ਨੂੰ ਦਵਾਈ ਦੇ ਦਿੰਦੀ। ਉਹ ਦਵਾਈ ਖਾਣ ਦੇ ਨਾਲ ਉਹਨਾਂ ਦੀ ਨਿੱਕੀ ਮੋਟੀ ਬਿਮਾਰੀ ਠੀਕ ਹੋ ਜਾਂਦੀ ਤੇ ਉਹ ਮਾਂ ਬਣ ਜਾਂਦੀਆਂ, ਜਿਸ ਦੇ ਨਾਲ ਇਸ ਖੂਹ ਦੀ ਮੰਨਤਾ ਵੱਧ ਗਈ। ਇਹਨਾਂ ਪੈਸਿਆਂ ਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਤੇ ਨਾਲ ਹੀ ਦਵਾਈ ਬਣਾਉਂਦੀ ਸੀ। ਇਸ ਵਿੱਚ ਮੇਰਾ ਕੋਈ ਗਲਤ ਮੰਤਵ ਨਹੀਂ ਹੈ। ਮੈਂ ਉਸ ਔਰਤ ਨੂੰ ਯਕੀਨ ਦਿਵਾਇਆ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ। ਮੈਂ ਬਸ ਇਹੋ ਜਾਣਨਾ ਚਾਹੁੰਦੀ ਸੀ ਕਿ ਇੱਥੇ ਨਹਾਉਣ ਦੇ ਨਾਲ ਬਾਂਝ ਔਰਤਾਂ ਨੂੰ ਔਲਾਦ ਕਿਵੇਂ ਹੋ ਜਾਂਦੀ ਹੈ। ਸੋ ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ? ਅਗਰ ਕਹਾਣੀ ਤੁਹਾਨੂੰ ਚੰਗੀ ਲੱਗੀ ਹੈ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਸੋ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।